ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅੱਜ ਦੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਜਾਂਦੀ ਹੈ ਕਿ ਸਿਆਸੀ ਤੌਰ ਤੇ ਕੀ ਅਸਰ ਰਹੇਗਾ ਤੇ ਇਸ ਤੋਂ ਇਲਾਵਾ ਲੋਕਾਂ ਤੇ ਇਸ ਦਾ ਕੀ ਅਸਰ ਰਹੇਗਾ। ਤੇ ਅੱਜ ਦੇ ਮੁੱਦੇ ਦੀ ਗੱਲ ਕਰੀਏ ਤੇ ਅੱਜ ਦੋ ਮੁੱਦਿਆਂ ਉੱਤੇ ਚਰਚਾ ਕਰਨਗੇ। ਰਾਜਪਾਲ ਨੇ ਜਿਹੜਾ ਹੈ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਸੀਗਾ ਜਿੱਥੇ ਉਹਨਾਂ ਨੇ ਡਰੱਗਸ ਦੀ ਸਮੱਸਿਆ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇਰਿਆ ਸੀ। ਉਹਨਾਂ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਨੈਟਵਰਕ ਚੱਲ ਰਿਹਾ, ਬਹੁਤ ਕੁਝ ਉਹਨਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ ਜਿਸ ਨੂੰ ਲੈ ਕੇ ਜਿਹੜੇ ਮੌਜੂਦਾ ਕੈਬਨਿਟ ਮੰਤਰੀ ਅਮਨ ਅਰੋੜਾ ਉਹਨਾਂ ਵੱਲੋਂ ਇਹ ਕਹਿਣਾ ਸੀਗਾ ਕਿ ਰਾਜਪਾਲ ਜਿਹੜੀ ਹੈ ਦਖਲਅੰਦਾਜ਼ੀ ਕਰ ਰਹੇ ਆਪਣੀ ਪੈਡਲਰ ਸਰਕਾਰ ਚਲਾ ਰਹੇ ਨੇ। ਉੱਤੇ ਹੀ ਦੂਜੇ ਪਾਸੇ ਜੇਕਰ ਦੂਜੇ ਮੁੱਦੇ ਦੀ ਗੱਲ ਕੀਤੀ ਜਾਵੇ ਤੇ ਪ੍ਰਨੀਤ ਕੌਰ ਐਮਪੀ ਜਿਹੜੇ ਕਾਂਗਰਸ ਦੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਉਹਨਾਂ ਨੂੰ ਇੱਕ ਲੈਟਰ ਇਸ਼ੂ ਕਰਕੇ ਸਸਪੈਂਡ ਕੀਤਾ ਗਿਆ ਹੈ। ਤੇ ਇਸ ਤੋਂ ਇਲਾਵਾ ਹੁਣ ਇਸ ਦੇ ਨਾਲ ਕਿਉਂ ਇਹ ਮੁੱਦਾ ਜੁੜਿਆ ਹੈ, ਸੇਵ ਬੀਜੇਪੀ ਪਟਿਆਲਾ ਇੱਕ ਜਿਹੜੀ ਹੈ ਹੈਸ਼ਟੈਗ ਕਰਕੇ ਮੁਹਿੰਮ ਚੱਲ ਰਹੀ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੀਜੇਪੀ ਦੇ ਹੀ ਕੁਝ ਆਗੂ ਹੋ ਗਏ ਨੇ ਪਟਿਆਲਾ ਦੇ। ਆਖਿਰ ਕਿਉਂ ਇਹ ਸਾਰਾ ਕੁਝ ਹੋਇਆ ਇਸ ਬਾਰੇ ਵੀ ਚਰਚਾ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਜਿਹੜੀ ਇੱਕ ਰਾਜਪਾਲ ਦੇ ਦੌਰੇ ਤੋਂ ਬਾਅਦ ਕੀ ਕੁਝ ਐਕਸ਼ਨ ਹੋ ਰਿਹਾ ਹੈ, ਸੀਐਮ ਭਗਵੰਤ ਮਾਨ ਵੱਲੋਂ ਜਿਹੜੀ ਹੈ ਅੱਜ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਐਸਐਸਪੀ ਡੀਸੀ ਸਾਰੇ ਜ਼ਿਲ੍ਹਿਆਂ ਦੇ ਬੁਲਾਏ ਗਏ ਨੇ ਤੇ ਇਸ ਮੀਟਿੰਗ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਕੁਝ ਜਿਹੜਾ ਕੀਤਾ ਗਿਆ ਹੈ ਉਹ डिस्कस किया जाएगा। हाले तक की जोड़ा है रोड मैप चल रहा है, एंटी गैंगस्टर टास्क फोर्स की कर रही है, एसटीएफ की कर रही है, सीआईए की कर रही है, सारियां दी अपनी अपनी जिहड़ी भी कम है उसनूं लैके किस तरीके दे नाल ड्यूटीज निभाईयां जा रही ने इसनूं लैके चर्चा की जाएगी। अज पंजाब कैबिनेट की बैठक भी सीगी ते उस तो बाद ये मीटिंग होनी सीगी। सारियां नूं जिहड़ा तलब मुख मंत्री वल्लों कीता गया सीगा, खासकर जेकर गल कीती जाए नशे नूं लैके क्योंकि पंजाब दे विच आए दिन असीं देख रहे हैं कि वख-वख वीडियोज जिहड़ी हर एक जिले तो सामने आ रही है जिथे कि नशा सरेआम जिहड़े है लोकी पींदे हुए नजर आ रहे हैं ते आन जान वाले लोकी भी हुण इस चीज दे आदी हो चुके हैं क्योंकि उन्हां दा एक कहना है कि असीं कई बारी जिहड़े है सरकारां नूं कह चुके ने लेकिन कोई ध्यान नहीं देंदा। जिस नूं वेखदे हुए राजपाल खुद जिहड़ा है सरहदी पिंडां दे उन्होंने दौरा कीता, पंचायत दे जिहड़े मैंबर ने, सरपंच ने, पंच ने उन्हां नाल मुलाकात कीती, अपील कीती कि पुलिस ते बीएसएफ दी मदद कीती जावे क्योंकि ये जिहड़ा नेटवर्क है पाकिस्तान तो चलाया जा रहा है ਤੇ ਜੇਲ੍ਹ ਦੇ ਇਸ ਦੇ ਨਾਲ ਕਨੈਕਸ਼ਨ ਨੇ। ਲੇਕਿਨ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਸਾਨੂੰ ਨਹੀਂ ਦੱਸੋਗੇ ਤੇ ਆਖਿਰ ਸਾਨੂੰ ਕਿਸ ਤਰੀਕੇ ਦੇ ਨਾਲ ਪਤਾ ਲੱਗੇਗਾ ਕਿ ਕੌਣ ਜਿਹੜਾ ਹੈ ਇਲੀਗਲ ਐਕਟੀਵਿਟੀਜ਼ ਦੇ ਵਿੱਚ ਲੱਗਿਆ ਹੋਇਆ ਹੈ, ਕੌਣ ਜਿਹੜਾ ਕਿ ਬੱਚਿਆਂ ਨੂੰ ਖਰਾਬ ਕਰ ਰਿਹਾ ਹੈ। ਇੱਕ ਸਟੇਟਮੈਂਟ ਰਾਜਪਾਲ ਵੱਲੋਂ ਦਿੱਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਨਸ਼ਾ ਹੁਣ करियाने की दुकान ते मिलना शुरू हो गया है। एक वड्डी गल है जिहड़ी कही गई। जिस तरीके दे नाल जेकर असी गल करिए ते ड्रग्स दी ते ये ड्रग्स जिहड़ा है पंजाब नूं किते ना किते खोखला कर रहा है। ते इसी मुद्दे नूं लेके चर्चा करांगे। साडे नाल जलालाबाद तो साडे सहयोगी अरविंदर पाल तनेजा जुड़े ने। अरविंदर जी, जिस तरीके दे नाल असी देखिया कि राजपाल ने दौरा कीता, नशे नूं लैके वड्डी गल कही ते उस तो बाद मुख मंत्री ने अज चंडीगढ़ विखे एसएसपी सारे जिलियां दे सारे डीसीज नूं तलब कीता है। की लग रहा है कि नैक्सट कोर्स ऑफ एक्शन हो सकता है ते दूजे पासे ड्रग्स नूं लैके जद ਜਿਹੜੇ ਰਾਜਪਾਲ ਵੱਲੋਂ ਬਿਆਨਬਾਜ਼ੀ ਦਿੱਤੀ ਜਾ ਰਹੀ ਸੀ ਮੀਡੀਆ ਸਾਹਮਣੇ ਉਹ ਪੇਸ਼ ਹੋਈ ਤੇ ਉਹਨਾਂ ਦੇ ਨਾਲ ਡੀਜੀਪੀ ਵੀ ਉੱਥੇ ਬੈਠੇ ਸੀਗੇ। ਉਹਨਾਂ ਨੇ ਇਹ ਵੀ ਕਿਹਾ ਕਿ ਕਈ ਪੁਲਿਸ ਵਾਲੇ ਵੀ ਇਸ ਚੀਜ਼ ਨੂੰ ਲੈ ਕੇ ਇਨਵੋਲਵ ਨੇ। ਜੀ ਦੇਖੋ, ਜੇਕਰ ਜਿੱਥੋਂ ਤੱਕ ਡਰੱਗਸ ਦੀ ਗੱਲ ਹੈਗੀ ਹੈ, ਜੇਕਰ ਡਰੱਗਸ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਅਸੀਂ ਇਸ ਚੀਜ਼ ਨੂੰ ਝੁਠਲਾ ਨਹੀਂ ਸਕਦੇ ਕਿ ਪੰਜਾਬ ਦੇ ਵਿੱਚ ਡਰੱਗਸ ਜਿਹੜੀ ਹੈ ਅੱਜ ਦੇ ਟਾਈਮ ਦੇ ਵਿੱਚ ਆਮ ਹੈ। ਅੱਜ ਦੇ ਟਾਈਮ ਦੇ ਵਿੱਚ ਕਰਿਆਨੇ ਦੀ ਦੁਕਾਨ ਤੋਂ ਜੇਕਰ ਕਹੀਏ ਤਾਂ ਡਰੱਗਸ ਆਸਾਨੀ ਨਾਲ ਮਿਲਦੀ ਹੈ, ਬਲਕਿ ਮੈਂ ਤਾਂ ਇਹ ਕਹਾਂਗਾ ਕਿ ਹੁਣ ਕਰਿਆਨੇ ਦੀ ਦੁਕਾਨ ਤੋਂ ਵੀ ਡਰੱਗਸ ਖਰੀਦਣ ਦੀ ਜ਼ਰੂਰਤ ਨਹੀਂ ਹੈਗੀ। ਈਜ਼ੀਲੀ ਤੁਹਾਨੂੰ ਘਰ ਬੈਠਿਆਂ ਜਿਹੜੀ ਹੈ ਉਹ ਪ੍ਰੋਵਾਈਡ ਹੋ ਜਾਂਦੀ ਹੈ। ਲੇਕਿਨ ਇਹ ਸਭ ਦੇ ਵਿੱਚ ਜਿਹੜਾ ਹੈਗਾ ਕਈ ਚੀਜ਼ਾਂ ਤੇ ਸਾਨੂੰ ਜਿਹੜਾ ਕਿ ਸੋਚਣਾ ਪਏਗਾ। ਕਈ ਇਸ ਦੇ ਪਹਿਲੂ ਹੈਗੇ ਆ। ਪੰਜੇ ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ। ਇਸੇ ਤਰ੍ਹਾਂ ਅਸੀਂ ਸਾਰੀ ਪੁਲਿਸ ਫੋਰਸ ਨੂੰ ਵੀ ਜਿਹੜਾ ਇਸ ਦੇ ਲਈ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ। ਹੋ ਸਕਦਾ ਹੈ ਕੁਝ ਕਾਲੀਆਂ ਭੇਡਾਂ ਜਿਹੜੀਆਂ ਹੋਣ, ਐਕਸਪੀਰੀਅੰਸ ਜਿਹੜਾ ਹੈਗਾ ਉਹ ਰਾਜਪਾਲ ਸਾਹਿਬ ਦਾ ਜਿਹੜਾ ਉਹਨਾਂ ਦੇ ਤਾਈਂ ਉਸ ਤਰੀਕੇ ਦਾ ਹੋਵੇ, ਲੇਕਿਨ ਸਭ ਨੂੰ ਅਸੀਂ ਜਿਹੜਾ ਹੈਗਾ ਉਹ ਇੱਕੇ ਲਾਈਨ ਦੇ ਵਿੱਚ ਨਹੀਂ ਲਿਆ ਸਕਦੇ। ਅਸੀਂ ਸਭ ਦੇ ਉੱਪਰ ਦੋਸ਼ ਨਹੀਂ ਲਗਾ ਸਕਦੇ। ਜ਼ਰੂਰਤ ਹੈਗੀ ਆ ਭਾਲ ਕਰਨ ਦੀ। ਕੱਲ ਜਿਹੜਾ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜੀ ਦਾ ਜਿਹੜਾ ਫਾਜ਼ਿਲਕਾ ਦੌਰਾ ਸੀ, ਇਸ ਦੌਰਾਨ ਉਹਨਾਂ ਨੇ ਜਿੱਥੇ ਸਰਹੱਦੀ ਇਲਾਕੇ ਦੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਨੁਮਾਇੰਦਿਆਂ ਨਾਲ, ਸਰਪੰਚਾਂ ਨਾਲ ਗੱਲਬਾਤ ਕੀਤੀ। ਉੱਥੇ ਹੀ ਉਹਨਾਂ ਨੇ ਮੀਡੀਆ ਦੇ ਜਦ ਰੂਬਰੂ ਹੋਏ ਤਾਂ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਦੀ BSF ਅਤੇ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾਂਦੀਆਂ, ਸਰਹੱਦ ਤੋਂ ਪਾਰ ਡਰੋਨ ਰਾਹੀਂ ਜਿਹੜਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰੱਗਸ ਦੀ ਸਪਲਾਈ ਦੀ, ਉਸਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਉਸ ਚੈਨ। ਉਸ ਦੇ ਤਹਿਤ BSF ਅਤੇ
ਪੰਜਾਬ ਪੁਲਿਸ ਦੇ ਵੱਲੋਂ ਵੱਡੀਆਂ ਰਿਕਵਰੀ ਕੀਤੀ ਗਈ ਹੈ। ਦੱਸ ਦਈਏ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੰਜਾਬ ਦੀਆਂ ਸਰਹੱਦੀ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਰਿਕਵਰੀਜ਼ ਹੈ ਬੀਤੇ ਦਿਨਾਂ ਦੇ ਵਿੱਚ ਉਹ ਹੋਈਆਂ, ਜੋ ਕਿ ਤਕਰੀਬਨ 99 ਕਿਲੋ ਦੇ ਕਰੀਬ ਜਿਹੜੀ ਡਰੱਗਸ ਹੈ, ਚਿੱਟਾ ਹੈਰੋਇਨ ਹੈ, ਜਿਹੜੀ ਬਾਰਡਰ ਤੋਂ ਪਾਰ ਆਈ ਸੀ, ਉਸਨੂੰ ਜਿਹੜਾ ਹੈਗਾ ਪੰਜਾਬ ਪੁਲਿਸ ਅਤੇ BSF ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜਾ ਕੀ ਹੈ ਕਾਬੂ ਕੀਤਾ ਹੈ। ਤਾਂ ਇਸ ਤੋਂ ਜਿਹੜਾ ਹੈਗਾ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ BSF ਅਤੇ ਪੰਜਾਬ ਪੁਲਿਸ ਦੇ ਵੱਲੋਂ ਵਧੀਆ ਕੋਆਰਡੀਨੇਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ। ਉਸੇ ਦਾ ਨਤੀਜਾ ਹੈਗਾ ਕਿ ਇੰਨੀਆਂ ਰਿਕਵਰੀਆਂ ਜਿਹੜੀਆਂ ਉਹ ਹੋ ਰਹੀਆਂ। ਦੂਜੇ ਪਾਸੇ ਜੋ ਮਾਨਯੋਗ ਗਵਰਨਰ ਨੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਜਾਂ ਕਿਸੇ ਵੀ ਤਰੀਕੇ ਦੇ ਨਾਲ ਹਿੰਦੁਸਤਾਨ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਡਰੱਗਸ ਆਉਂਦੀ ਹੈ ਤੇ ਕਿਤੇ ਨਾ ਕਿਤੇ ਉਸ ਨੂੰ ਰਿਸੀਵ ਕਰਨ ਵਾਲੇ ਜਿਹੜੇ ਲੋਕ ਹੈ ਉਹ ਵੀ ਇੱਥੋਂ ਦੇ ਹੈਗੇ ਆ, ਲੋਕਲਸ ਜਿਹੜੇ ਹੈਗੇ ਆ ਸਰਹੱਦੀ ਇਲਾਕਿਆਂ ਦੇ ਵਿੱਚ ਵਸੇ ਆ, ਉਹਨਾਂ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਜਿਹੜੀ ਆ ਉਹ ਜ਼ਰੂਰੀ ਹੈਗੀ ਹੈ, ਕਿਉਂਕਿ ਜੇਕਰ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੋਏਗੀ ਤਾਂ ਫਿਰ ਇਹ ਜਿਹੜੀ ਚੇਨ ਹੈ ਇਹ ਨਹੀਂ ਚੱਲ ਸਕਦੀ। ਹਾਲਾਂਕਿ ਇਹ ਵੀ ਜਿਹੜੀ ਗੱਲ ਸਾਹਮਣੇ ਆਈ ਕਿ ਲੋਕਲਸ ਜਿਹੜੇ ਹੈਗੇ ਆ ਉਹਨਾਂ ਦੀ ਜੀ। ਅਰਵਿੰਦਰ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਅਰਵਿੰਦਰ ਦੇ ਨਾਲ ਜਿਹੜਾ ਹੈ ਜਦ ਤੱਕ ਨੈਟਵਰਕ ਜੁੜਦਾ ਹੈ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਕਿ ਲੋਕਲਸ ਦੀ ਇਨਵੋਲਵਮੈਂਟ ਜ਼ਰੂਰ ਹੁੰਦੀ ਹੈ, ਕਿਉਂਕਿ ਅਸੀਂ ਇਸ ਤੋਂ ਪਹਿਲਾਂ ਵੀ ਦੇਖਿਆ ਹੈ ਜਦ ਵੀ ਕੋਈ ਡਰੱਗ ਰੈਕੇਟ ਫੜਿਆ ਜਾਂਦਾ ਹੈ ਜਾਂ ਜਦ ਵੀ ਡਰੱਗਸ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ, ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਜਿਹੜਾ ਉੱਥੇ ਦਾ ਰਹਿਣ ਵਾਲਾ ਕੋਈ ਬਾਸ਼ਿੰਦਾ ਹੁੰਦਾ ਹੈ ਤੇ ਜ਼ਰੂਰ ਉਸ ਦੀ ਇਨਵੋਲਵਮੈਂਟ ਇਸ ਵਿੱਚ ਹੁੰਦੀ ਹੈ, ਕਿਉਂਕਿ ਨੈਟਵਰਕ ਕਿਸ ਤਰੀਕੇ ਦੇ ਨਾਲ ਚੱਲਦਾ ਹੈ ਇਹ ਵੀ ਸਮਝਣਾ ਜ਼ਰੂਰੀ ਹੈ। ਜਿਹੜਾ ਵੀ ਡਰੋਨ ਦੇ ਰਾਹੀਂ ਡਰੱਗਸ ਆਉਂਦਾ ਹੈ, ਹਥਿਆਰ ਆਉਂਦਾ ਹੈ, ਉਹ ਜਿਹੜਾ ਹੈ ਪੰਜਾਬ ਦੇ ਵਿੱਚ ਆਉਂਦਾ ਹੈ ਤੇ ਉਸ ਤੋਂ ਬਾਅਦ ਇਥੋਂ ਜਿਹੜਾ ਹੈ ਉਸਨੂੰ ਅੱਗੇ ਸਪਲਾਈ ਕਰਨ ਦਾ ਕੰਮ ਲੋਕਲਸ ਦਾ ਹੀ ਹੁੰਦਾ ਹੈ। ਤੇ ਅਰਵਿੰਦਰ ਪਾਲ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜੇ ਨੇ। ਅਰਵਿੰਦਰ, ਤੁਸੀਂ ਲੋਕਲਸ ਦੀ ਗੱਲ ਕਰ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਇਨਵੋਲਵਮੈਂਟ ਰਹਿੰਦੀ ਹੈ। ਹਾਂ ਜੀ, ਬਿਲਕੁਲ, ਮੈਂ ਲੋਕਲਸ ਦੀ ਗੱਲ ਕਰ ਰਿਹਾ ਸੀ। ਲੋਕਲਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਲਸ ਦੀ ਇਨਵੋਲਵਮੈਂਟ ਜਿਹੜੀ ਹੈਗੀ ਆ ਉਹ ਬੜੀ ਇੱਕ ਅਹਿਮ ਚੀਜ਼ ਹੈਗੀ ਆ, ਕਿਉਂਕਿ ਜਦ ਵੀ ਕੋਈ ਖੇਪ ਆਉਂਦੀ ਹੈ ਸਰਹੱਦ ਤੋਂ ਪਾਰ ਤੋਂ ਆਉਂਦੀ ਹੈ ਤਾਂ ਉਹ ਕੋਆਰਡੀਨੇਸ਼ਨ ਜਿਹੜਾ ਹੈਗਾ ਉਹ ਇੱਥੋਂ ਦੇ ਲੋਕਾਂ ਦੇ ਨਾਲ, ਜਾਂ ਇੱਧਰ ਜਿਹੜੇ ਲੋਕ ਬੈਠੇ ਤਸਕਰੀ ਦੇ ਵਿੱਚ ਇਨਵੋਲਵ ਹੈਗੇ ਆ, ਉਹਨਾਂ ਦੀ ਕੋਆਰਡੀਨੇਸ਼ਨ ਤੋਂ ਬਿਨਾਂ ਜਿਹੜੀ ਕਿਸੇ ਤਰੀਕੇ ਵੀ ਨਹੀਂ ਆ ਸਕਦੀ। ਕੱਲ ਇੱਕ 5 ਕਿਲੋ ਦੀ ਜਿਹੜੀ ਹੈ ਬਰਾਮਦਗੀ ਹੋਈ ਹੈ, ਪਰਸੋਂ ਦੀ ਮਾਫ ਕਰਨਾ, ਪਰਸੋਂ 5 ਕਿਲੋ ਬਰਾਮਦਗੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਉਸ ਦੇ ਨਾਲ ਇੱਕ ਬਲਿੰਕਰ ਜਿਹੜਾ ਹੈ ਉਹ ਮਿਲਿਆ, ਬਲਿੰਕਰ 2 ਬੈਟਰੀਜ਼ ਜਿਹੜੀਆਂ ਉਹ ਮਿਲੀਆਂ। ਉਹ ਬਲਿੰਕਰ ਦਾ ਕੰਮ ਕੀ ਸੀਗਾ, ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਸਵਾਲ ਪੁੱਛਿਆ ਗਿਆ ਤਾਂ ਇਸ ਦਾ ਜਵਾਬ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਇਹ ਦਿੱਤਾ ਗਿਆ ਕਿ ਬਲਿੰਕਰ ਜਿਹੜਾ ਹੈਗਾ ਇਹ ਡਰੋਨ ਦੇ ਰਾਹੀਂ ਜਦ ਡਰੱਗਸ ਆਉਂਦੀ ਤਾਂ ਉਸ ਦੇ ਨਾਲ ਇੱਕ ਬਲਿੰਕਰ ਆਉਂਦਾ ਜੋ ਕਿ ਬਲਿੰਕ ਕਰਦਾ ਰਹਿੰਦਾ, ਇਹਦੇ ਵਿੱਚ ਇੱਕ ਲੇਜ਼ਰ ਲਾਈਟ ਜਿਹੜੀ ਬਲਿੰਕ ਕਰਦੀ ਹੈ, ਜੋ ਕਿ ਇਹ ਇਸ ਚੀਜ਼ ਦਾ ਪਤਾ ਲੱਗ ਸਕੇ ਕਿ ਜਿਹੜੀ ਖੇਪ ਹੈਗੀ ਉਹ ਕਿਹੜੀ ਜਗ੍ਹਾ ਤੇ ਹੈਗੀ ਹੈ। ਤਾਂ ਉਹ ਖੇਪ ਤਾਈਂ ਆਸਾਨੀ ਦੇ ਨਾਲ ਜਿਹੜੇ ਬੰਦੇ ਨੇ ਉਹਨੂੰ ਰਿਸੀਵ ਕਰਨਾ ਉਹ ਉਹਦੇ ਤਾਈਂ ਪਹੁੰਚ ਸਕੇ, ਉਸ ਦੇ ਲਈ ਇਸ ਬਲਿੰਕਰ ਨੂੰ ਯੂਜ਼ ਕੀਤਾ ਜਾ ਰਿਹਾ ਹੈ। ਪਹਿਲੀ ਵਾਰ ਜਿਹੜਾ ਹੈਗਾ ਇਹ ਖੁਲਾਸਾ ਹੋਇਆ, ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਬਲਿੰਕਰ ਜਿਹੜਾ ਹੈਗਾ ਉਹ ਨਾਲ ਮਿਲਿਆ। ਤਾਂ ਲੋਕਲਸ ਦੀ ਇਨਵੋਲਵਮੈਂਟ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਲੋਕਲ ਦੀ ਇਨਵੋਲਵਮੈਂਟ ਦੇ ਉੱਤੇ ਕੱਲ ਸਾਡੇ ਮਾਨਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰਾਂ ਨੇ ਵੀ ਕਿਹਾ ਕਿ ਜੇਕਰ ਲੋਕਲਸ ਦੀ ਇਨਵੋਲਵਮੈਂਟ ਨਹੀਂ ਤਾਂ ਫਿਰ ਇਹ ਕਿਸ ਤਰ੍ਹਾਂ ਮੁਮਕਿਨ ਹੈਗਾ ਕਿ ਬਾਹਰੋਂ ਜਿਹੜਾ ਹੈਗਾ ਡਰੱਗ ਜਿਹੜਾ ਇੱਥੇ ਆ ਜਾਵੇ। ਤਾਂ ਉਹਨਾਂ ਨੇ ਪਿੰਡ ਵਾਲਿਆਂ ਨਾਲ ਸੰਵਾਦ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਵੀ ਇਹੀ ਗੱਲ ਆਖੀ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ, ਕਿਉਂਕਿ ਪਿੰਡ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੂੰ ਅਮੂਮਨ 99% ਜਿਹੜਾ ਪਤਾ ਹੁੰਦਾ ਕਿ ਪਿੰਡ ਦੇ ਵਿੱਚ ਕਿਹੜਾ ਬੰਦਾ ਕੀ ਕੰਮ ਕਰ ਰਿਹਾ, ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੈਗਾ। ਤੇ ਉਹਨਾਂ ਨੇ ਵੀ ਇਹੀ ਗੱਲ ਦੁਹਰਾਈ ਕਿ ਜੋ ਲੋਕਲਸ ਹੈਗੇ ਆ ਉਹਨਾਂ ਨੂੰ ਜੇਕਰ ਪਤਾ ਹੈਗਾ ਕਿ ਕੋਈ ਬੰਦਾ ਗਲਤ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੈਗਾ ਤਾਂ ਉਸਦੀ ਜਾਣਕਾਰੀ ਜਿਹੜੀ ਹੈਗੀ ਉਹ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਚੀਜ਼ ਦਾ ਜਿਹੜਾ ਹੈਗਾ ਚੇਨ ਜਿਹੜੀ ਹੈਗੀ ਇਸ ਨੂੰ ਤੋੜੀਏ। ਤਾਂ ਲੋਕਲਸ ਦੀ ਜਿਹੜੀ ਇੱਕ ਵੱਡੀ ਭੂਮਿਕਾ ਹੈ ਜੇਕਰ ਅਸੀਂ ਇਸ ਡਰੱਗਸ ਦੇ ਉੱਪਰ ਕਾਬੂ ਪਾਉਣਾ ਚਾਹੁੰਦੇ ਹਾਂ, ਇਸ ਚੇਨ ਨੂੰ ਤੋੜਨਾ ਚਾਹੁੰਦੇ ਹਾਂ, ਤਾਂ ਲੋਕਲਸ ਦੀ ਭੂਮਿਕਾ ਜਿਹੜੀ ਹੈ ਉਹ ਅਹਿਮ ਹੈ। ਜਦੋਂ ਤੱਕ ਲੋਕਲ ਜਾਗਰੂਕ ਨਹੀਂ ਹੋਣਗੇ, ਸਰਕਾਰ ਉਹਨਾਂ ਨੂੰ ਜਾਗਰੂਕ ਨਹੀਂ ਕਰੇਗੀ, ਸਰਕਾਰ ਉਹਨਾਂ ਤਾਈਂ ਨਹੀਂ ਪਹੁੰਚੇਗੀ ਔਰ ਸਰਕਾਰ ਉਹਨਾਂ ਨੂੰ ਆਸ਼ਵਾਸਨ ਨਹੀਂ ਦੇਗੀ। ਕਿਉਂਕਿ ਕਈ ਵਾਰ ਇਹ ਹੁੰਦਾ ਕਿ ਲੋਕਲ ਜਿਹੜੇ ਪਿੰਡ ਦੇ ਵਿੱਚ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦਾ ਡਰ ਹੁੰਦਾ ਕਿ ਜੇਕਰ ਅਸੀਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਕਰਦੇ ਹਾਂ ਤੇ ਸਾਡੀ ਪਹਿਚਾਣ ਉਜਾਗਰ ਹੋ ਜਾਏਗੀ ਤਾਂ ਉਸ ਤੋਂ ਬਾਅਦ ਜਿਹੜਾ ਉਹਦੇ ਕਈ ਵਾਰ ਜਿਹੜੇ ਨਤੀਜੇ ਹੈਗੇ ਆ ਉਹ ਭਿਆਨਕ ਹੋ ਜਾਂਦੇ ਆ, ਦੁਸ਼ਮਣੀਆਂ ਪੈ ਜਾਂਦੀਆਂ ਪਿੰਡਾਂ ਦੇ ਵਿੱਚ, ਮਾਤਰ ਨਾਲ ਲੜਾਈ ਝਗੜੇ ਜਿਹੜੇ ਆ ਉਹ ਵੀ ਹੋ ਜਾਂਦੇ ਆ। ਤਾਂ ਉਸ ਚੀਜ਼ ਨੂੰ ਵੀ ਯਕੀਨੀ ਬਣਾਉਣਾ ਪਏਗਾ। ਰਾਜਪਾਲ ਹੋਰਾਂ ਨੇ ਕੱਲ ਇਸ ਚੀਜ਼ ਤੇ ਵੀ ਜ਼ੋਰ ਦਿੱਤਾ ਕਿ ਉਸ ਚੀਜ਼ ਨੂੰ ਵੀ ਯਕੀਨੀ ਬਣਾਉਣਾ ਹੋਏਗਾ ਕਿ ਜਿਹੜਾ ਕੋਈ ਬੰਦਾ ਇਨਫੋਰਮੇਸ਼ਨ ਜਿਹੜੀ ਪੁਲਿਸ ਤਾਈਂ ਪਹੁੰਚਾਉਂਦਾ ਤਾਂ ਉਸ ਦੀ ਪਹਿਚਾਣ ਜਿਹੜੀ ਹੈ ਉਹ ਵੀ ਗੁਪਤ ਰੱਖੀ ਜਾਵੇ। ਤਾਂ ਚੈਲੰਜ ਹੈ, ਕਈ ਚੈਲੰਜ ਹੈਗੇ, ਇੱਕ ਬਾਅਦ ਇੱਕ ਕਈ ਚੈਲੰਜ ਹੈਗੇ ਆ ਜਿਹੜੇ ਫੇਸ ਕਰਨੇ ਪੈਣਗੇ। ਹਾਂ, ਇਹ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਇੱਕ ਗੰਭੀਰ ਮੁੱਦਾ ਹੈਗਾ ਟੈਰਰਿਜ਼ਮ ਸੀਗਾ ਪੰਜਾਬ ਦੇ ਵਿੱਚ, ਉਹ ਵੀ ਪੰਜਾਬ ਦੇ ਵਿੱਚ ਚੱਲਿਆ ਸੀਗਾ। ਅੱਤਵਾਦ ਵੀ ਹਿੰਦੁਸਤਾਨ ਨੇ, ਸਾਡੇ ਮੁਲਕ ਨੇ ਅੱਤਵਾਦ ਵੀ ਚੱਲਿਆ। ਉਹਦੇ ਵਿੱਚ ਜਿਹੜਾ ਤੁਹਾਡਾ ਦੁਸ਼ਮਣ ਹੁੰਦਾ ਉਹ ਦਿਖਾਈ ਦਿੰਦਾ, ਲੇਕਿਨ ਹੁਣ ਜਿਹੜਾ ਦੁਸ਼ਮਣ ਹੈਗਾ ਉਹ ਇਨਵਿਜ਼ੀਬਲ ਹੈ, ਉਹ ਤੁਹਾਨੂੰ ਦਿਖਾਈ ਨਹੀਂ ਦਿੰਦਾ। ਦੁਸ਼ਮਣ ਨੇ ਬੜੀ ਸੋਚ ਸਮਝ ਕੇ ਚਾਲ ਚੱਲੀ ਨਸ਼ੇ ਵਾਲੀ, ਔਰ ਖਾਸ ਕਰਕੇ ਚਿੱਟੇ ਵਾਲੀ, ਸਿੰਥੈਟਿਕ ਡਰੱਗਸ ਵਾਲੀ।
ਹੁਣ ਤੁਹਾਡਾ ਦੁਸ਼ਮਣ ਕੌਣ ਹੈ ਇਹ ਤੁਹਾਨੂੰ ਨਹੀਂ ਪਤਾ ਹੈਗਾ। ਹੋ ਸਕਦਾ ਤੁਹਾਡੇ ਸਾਹਮਣੇ ਜਿਹੜਾ ਖੜਾ ਉਹੀ ਤੁਹਾਡਾ ਦੁਸ਼ਮਣ ਹੋਵੇ, ਤਾਂ ਉਸ ਦੀ ਪਹਿਚਾਣ ਕਰਨ ਦੀ ਲੋੜ ਹੈਗੀ ਔਰ ਇਸ ਨੈਕਸਸ ਨੂੰ ਤੋੜਨ ਦੀ ਜ਼ਰੂਰਤ ਹੈਗੀ ਹੈ। ਤਾਂ ਇੱਕ ਬਹੁਤ ਹੀ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਾ ਹੈਗਾ। ਤਾਂ ਇਸ ਦੇ ਉੱਤੇ ਸਰਕਾਰਾਂ ਨੂੰ, ਪਬਲਿਕ ਨੂੰ, ਪੁਲਿਸ ਨੂੰ, ਸਭ ਨੂੰ ਆਪਸੀ ਤਾਲਮੇਲ ਕਰਕੇ ਚੱਲਣਾ ਹੋਏਗਾ, ਤਾਂ ਹੀ ਇਸ ਦੇ ਉੱਤੇ ਜਿਹੜਾ ਹੈਗਾ ਕਾਬੂ ਪਾਇਆ ਜਾ ਸਕਦਾ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਹਰਕਤਾਂ ਹੈਗੀਆਂ ਇਹ ਹੋਰ ਬਦਲਣਗੀਆਂ, ਇਸ ਦੇ ਵਿੱਚ ਹੋਰ ਇਜ਼ਾਫਾ ਹੋਏਗਾ ਜੀ। ਬਿਲਕੁਲ। ਲੇਕਿਨ ਅਰਵਿੰਦਰ, ਅੱਜ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਨੇ ਮੀਟਿੰਗ ਬੁਲਾਈ ਹੈ, ਹਾਲੇ ਜਿਹੜੀ ਇਹ ਮੀਟਿੰਗ ਸ਼ੁਰੂ ਹੋਣੀ ਹੈ, ਹੋਈ ਨਹੀਂ ਹੈ, ਲੇਕਿਨ ਇਸ ਮੀਟਿੰਗ ਦੇ ਰਾਹੀਂ ਕੀ ਲੱਗਦਾ ਹੈ ਕਿੰਨੀ ਕੀ ਜ਼ਿਆਦਾ ਮਦਦਗਾਰ ਸਾਬਿਤ ਹੋਏਗੀ, ਖਾਸ ਕਰ ਜਦ ਅਸੀਂ ਪ੍ਰਸ਼ਾਸਨ ਦੀ ਗੱਲ ਕਰਦੇ, ਕਿਉਂਕਿ ਸਰਕਾਰ ਦਾ ਜਿਹੜਾ ਨੁਮਾਇੰਦਾ ਹੈ MLA ਹੁੰਦਾ ਹੈ, ਲੇਕਿਨ ਉਸ ਤੋਂ ਇਲਾਵਾ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ, ਤੇ ਅੱਜ ਉਹਨਾਂ ਨੂੰ ਬੁਲਾ ਕੇ ਜਿਸ ਤਰੀਕੇ ਦੇ ਨਾਲ ਡਿਸਕਸ਼ਨ ਕੀਤੀਆਂ ਜਾਣਗੀਆਂ, ਅੱਗੇ ਇੱਕ ਹੋਰ ਰੋਡ ਮੈਪ ਬਣੇਗਾ, ਕੀ ਲੱਗਦਾ ਹੈ ਮਦਦ ਹੋਏਗੀ ਇਸ ਦੇ ਨਾਲ ਸਰਕਾਰ ਦੀ? ਜੀ ਬਿਲਕੁਲ, ਅੱਜ ਜੋ ਮੀਟਿੰਗ ਹੈ ਇੱਕ ਅਹਿਮ ਮੀਟਿੰਗ ਵਜੋਂ ਜਿਹੜਾ ਕਿ ਇਸ ਨੂੰ ਦੇਖਿਆ ਜਾ ਰਿਹਾ, ਜੋ ਪ੍ਰਸ਼ਾਸਨ ਦੀ, ਮੁੱਖ ਮੰਤਰੀ ਹੋਰਾਂ ਦੀ ਜਿਹੜੀ ਕੀ ਹੈ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਹੋਣ ਜਾ ਰਹੀ ਹੈ। ਇਸ ਦੇ ਵਿੱਚ ਜਿਹੜਾ ਹਾਲਾਤ ਜਿਹੜੇ ਹੈ ਉਹ ਜਾਣਨ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਤੋਂ ਇਲਾਵਾ ਹੋ ਸਕਦਾ ਕਿ ਇੱਕ ਜਿਹੜਾ ਮੈਪ ਹੈ, ਰੋਡ ਮੈਪ ਹੈ ਜਿਹੜਾ ਉਹ ਤਿਆਰ ਕੀਤਾ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਕੋਆਰਡੀਨੇਸ਼ਨ ਜਿਹੜਾ ਹੈਗਾ ਉਹ ਅੱਗੇ ਭਵਿੱਖ ਦੇ ਵਿੱਚ ਰਹੇਗਾ ਔਰ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੀ ਜ਼ਰੂਰਤ ਹੈਗੀ ਹੈ। ਤੁਹਾਨੂੰ ਦੱਸ ਦਈਏ ਕਿ ਜੀ ਅਰਵਿੰਦਰ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਤੇ ਬਿਲਕੁਲ ਮੀਟਿੰਗ ਬਾਰੇ ਜਿਹੜੀ ਹੈ ਚਰਚਾ ਹੋ ਰਹੀ ਸੀਗੀ, ਤੇ ਇਸ ਮੀਟਿੰਗ ਦੇ ਵਿੱਚ ਆਖਿਰ ਕੀ ਕੁਝ ਖਾਸ ਰਹਿਣ ਵਾਲਾ ਹੈ? ਜੇਕਰ ਅਸੀਂ CM ਮਾਨ ਦੀ ਇਸ ਮੀਟਿੰਗ ਦੀ ਗੱਲ ਕਰੀਏ ਤੇ ਬੇहद ਜ਼ਿਆਦਾ ਇੰਪੋਰਟੈਂਟ ਹੈ ਰਾਜਪਾਲ ਦੇ ਬਿਆਨ ਤੋਂ ਬਾਅਦ, ਕਿਉਂਕਿ ਡਰੱਗਸ ਨੂੰ ਲੈ ਕੇ ਉਹਨਾਂ ਨੇ ਚਿੰਤਾ ਜਤਾਈ ਸੀਗੀ, ਖਾਸ ਕਰ ਜਿਹੜੇ ਸਕੂਲੀ ਬੱਚੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਚਿੰਤਾ ਜਤਾਈ ਗਈ ਸੀ। ਤੇ ਉੱਥੇ ਜਿਹੜਾ ਹੈ ਕਿਹਾ ਗਿਆ ਸੀ ਕਿ ਜਿਹੜੇ ਮਾਪੇ ਨੇ ਉਹ ਵੀ ਪਰੇਸ਼ਾਨ ਨੇ ਤੇ ਜਿਹੜੇ ਬੱਚੇ ਨੇ ਉਹ ਡਰੱਗ ਮਾਫੀਆ ਦੇ ਚੁੰਗਲ ਦੇ ਵਿੱਚ ਫਸ ਚੁੱਕੇ ਨੇ। ਬਿਆਨ ਜਿਹੜਾ ਹੈ ਦਿੱਤਾ ਗਿਆ ਸੀ ਰਾਜਪਾਲ ਵੱਲੋਂ। ਉਸ ਤੋਂ ਬਾਅਦ ਜਿਹੜਾ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਹੈ। ਅਹਿਮ ਮੀਟਿੰਗ ਹੈ ਤੇ ਅਰਵਿੰਦਰ ਪਾਲ ਫਿਰ ਤੋਂ ਜੁੜ ਗਏ ਨੇ। ਅਰਵਿੰਦਰ, ਆਪਣੀ ਗੱਲ ਪੂਰੀ ਕਰੋ, ਕੀ ਕਹਿ ਰਹੇ ਸੀਗੇ ਤੁਸੀਂ? ਜੀ ਬਿਲਕੁਲ, ਮੀਟਿੰਗ ਦੀ ਗੱਲ ਕਰ ਰਿਹਾ ਸੀ ਮੈਂ ਕਿ ਜੋ ਮੀਟਿੰਗ ਜਿਹੜੀ ਬੁਲਾਈ ਗਈ ਹੈ, ਹੋ ਸਕਦਾ ਕਿ ਇਸ ਦੇ ਵਿੱਚ ਜਿਹੜਾ ਹੈਗਾ ਪੰਜਾਬ ਪੁਲਿਸ, ਸਰਕਾਰ ਅਤੇ ਜਿਹੜਾ ਸਿਵਲ ਪ੍ਰਸ਼ਾਸਨ ਹੈਗਾ ਉਹਨਾਂ ਦੇ ਵੱਲੋਂ ਕੋਈ ਕੋਆਰਡੀਨੇਸ਼ਨ ਦੀ ਨਵੀਂ ਤਿਆਰੀ ਕੀਤੀ ਜਾਵੇ, ਕੋਈ ਰੋਡ ਮੈਪ ਜਿਹੜਾ ਹੈਗਾ ਉਹ ਨਵਾਂ ਬਣਾਏ, ਜੋ ਕਿਆਸ ਲਗਾਏ ਜਾ ਰਹੇ ਨੇ। ਕਿਉਂਕਿ ਬੀਤੇ ਕੁਝ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਰਾਜਪਾਲ ਹੋਰਾਂ ਦੇ ਵੱਲੋਂ ਪਹਿਲਾਂ ਪਠਾਨਕੋਟ ਤਾਂ ਫਿਰ ਫਾਜ਼ਿਲਕਾ ਦੇ ਵਿੱਚ ਜਿਹੜਾ ਕੀ ਹੈ ਸਰਹੱਦੀ ਇਲਾਕਿਆਂ ਦੇ ਦੌਰੇ ਕੀਤੇ ਗਏ ਹੈ, ਉਸ ਨੂੰ ਲੈ ਕੇ ਸਿਆਸਤ ਵੀ ਜਿਹੜੀ ਗਰਮਾਈ ਹੋਈ ਦਿਖਾਈ ਦਿੱਤੀ ਹੈ। ਇਹ ਅੰਦਾਜ਼ਾ ਜਿਹੜਾ ਕਿ ਲਗਾਇਆ ਜਾ ਸਕਦਾ ਕਿ ਸਰਕਾਰ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਐਕਸ਼ਨ ਜਿਹੜਾ ਹੈਗਾ ਉਹ ਨਸ਼ੇ ਦੇ ਇਸ ਕਾਰੋਬਾਰ ਦੇ ਉੱਤੇ ਠੱਲ ਪਾਉਣ ਦੇ ਲਈ ਲਵੇ। ਤਾਂ ਇਸ ਦੇ ਜਿਹੜੇ ਕਿਆਸ ਹੈਗੇ ਆ ਉਹ ਜ਼ਰੂਰ ਜਿਹੜੇ ਹੈਗੇ ਆ ਉਹ ਲਗਾਏ ਜਾ ਰਹੇ ਆ। ਤਾਂ ਫਿਲਹਾਲ ਮੀਟਿੰਗ ਜਿਹੜੀ ਹੈ ਕੁਝ ਹੀ ਸਮੇਂ ਦੇ ਵਿੱਚ ਸ਼ੁਰੂ ਹੋ ਜਾਣੀ ਔਰ ਮੀਟਿੰਗ ਖਤਮ ਹੋਣ ਤੋਂ ਬਾਅਦ ਜਿਹੜਾ ਹੈਗਾ ਇਸ ਦਾ ਜਿਹੜਾ ਕੀ ਹੈ ਖੁਲਾਸਾ ਹੋਏਗਾ ਕਿ ਆਖਿਰਕਾਰ ਸਰਕਾਰ ਦੇ ਵੱਲੋਂ ਹੁਣ ਨਸ਼ਿਆਂ ਦੇ ਉੱਤੇ ਠੱਲ ਪਾਉਣ ਨੂੰ ਜਾਂ ਰਾਜਨੀਤਿਕ ਤੌਰ ਤੇ ਜੋ ਬਾਜ਼ਾਰ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਜਾਂ ਜੋ ਮੁੱਦੇ ਜਿਹੜੇ ਆ ਸਾਹਮਣੇ ਆਏ ਆ ਬੀਤੇ 2-3 ਦਿਨਾਂ ਦੇ ਵਿੱਚ, ਉਹਨਾਂ ਦੇ ਉੱਤੇ ਵਿਰਾਮ ਲਾਉਣ ਦੇ ਲਈ ਕਿਸ ਤਰ੍ਹਾਂ ਦਾ ਜਿਹੜਾ ਰੋਡ ਮੈਪ ਤਿਆਰ ਕੀਤਾ ਜਾਂਦਾ, ਕਿਸ ਤਰ੍ਹਾਂ ਦੀ ਵਿਉਂਤਬੰਦੀ ਜਿਹੜੀ ਆ ਬਣਾਈ ਜਾਂਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦਾ ਜਿਹੜਾ ਐਕਸ਼ਨ ਹੈ ਉਹ ਲਿਆ ਜਾਂਦਾ। ਜੀ ਹਾਂ, ਪਰ ਅਰਵਿੰਦਰ, ਮੀਟਿੰਗਸ ਤਾਂ ਪਹਿਲਾਂ ਵੀ ਬਹੁਤ ਹੋਈਆਂ ਨੇ। ਅਸੀਂ ਦੇਖਦੇ ਹਾਂ ਕਿ ਅਕਸਰ ਜਦ ਵੀ ਕੋਈ ਗੈਂਗਸਟਰਸ ਨੂੰ ਲੈ ਕੇ ਵੱਡੀ ਗੱਲਾਂ ਕੋਈ ਕਹਿ ਜਾਂਦਾ ਹੈ ਤਦ ਵੀ ਮੀਟਿੰਗ ਬੁਲਾਈਆਂ ਜਾਂਦੀਆਂ ਨੇ, ਜਾਂ ਫਿਰ ਕੋਈ ਨਸ਼ੇ ਨੂੰ ਲੈ ਕੇ ਹੁਣ ਮੀਟਿੰਗਸ ਬੁਲਾਈਆਂ ਜਾਂਦੀਆਂ ਨੇ ਤੇ SSP DCs ਨੂੰ ਪਹਿਲੇ ਵੀ ਤਲਬ ਕੀਤਾ ਗਿਆ। ਹੁਣ ਜਿਸ ਤਰੀਕੇ ਦੇ ਨਾਲ ਰਾਜਪਾਲ ਦੀ ਸਟੇਟਮੈਂਟ ਤੋਂ ਬਾਅਦ ਇਹ ਸਾਰੀ ਚੀਜ਼ਾਂ ਹੋ ਰਹੀਆਂ ਨੇ। ਕੋਆਰਡੀਨੇਸ਼ਨ ਦੀ ਗੱਲ ਕਰਦੇ, ਇੱਕ ਮੁੱਦਾ ਇਹ ਵੀ ਜਿਹੜਾ ਕੱਲ ਬਣਿਆ ਸੀਗਾ ਕਿ ਸੰਵਿਧਾਨਿਕ ਅਹੁਦੇ ਤੇ ਰਹਿੰਦੇ ਹੋਏ ਕਿਸ ਤਰੀਕੇ ਦੇ ਨਾਲ ਜਿਹੜੇ ਰਾਜਪਾਲ ਹੈ ਉਹ ਬਿਆਨਬਾਜ਼ੀ ਕਰ ਸਕਦੇ ਨੇ। ਅਜਿਹੇ ਦੇ ਵਿੱਚ ਇਹ ਮੀਟਿੰਗ ਕਰਨਾ ਕੀ ਸਰਕਾਰ ਦੀ ਮਜਬੂਰੀ ਸੀਗੀ ਜਾਂ ਦਿਖਾਉਣ ਦੇ ਲਈ ਲੋਕਾਂ ਨੂੰ ਕਿ ਅਸੀਂ ਕੰਮ ਕਰ ਰਹੇ ਹਾਂ? ਜੀ ਬਿਲਕੁਲ, ਦੇਖੋ ਸਿਆਸੀ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਿਆਸੀ ਤੌਰ ਤੇ ਜੋ ਆਮ ਆਦਮੀ ਪਾਰਟੀ ਦੇ ਨੇਤਾ ਹੈਗੇ ਉਹਨਾਂ ਦੇ ਵੱਲੋਂ ਬਿਆਨ ਆਇਆ ਕਿ ਰਾਜਪਾਲ ਇੱਕ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਨਾਲ ਚਲਾ ਰਹੀ ਹੈ। ਉਧਰ ਦੂਜੇ ਪਾਸੇ ਜੋ ਰਾਜਪਾਲ ਹੋਰਾਂ ਦੇ ਵੱਲੋਂ ਬਿਆਨ ਆਇਆ ਉਹ ਇਹ ਆਇਆ ਕਿ ਸਰਕਾਰ ਚਾਹੁੰਦੀ ਹੈ ਕਿ ਰਾਜਪਾਲ ਇੱਕ ਕਮਰੇ ਦੇ ਵਿੱਚ ਹੀ ਬੈਠੇ ਰਹਿਣ ਔਰ ਉਹ ਬਾਹਰ ਨਾ ਨਿਕਲਣ। ਤਾਂ ਉਹਦੇ ਉੱਤੇ ਜਿਹੜਾ ਹੈਗਾ ਇਹ ਬਿਆਨ ਦਾ ਸਿਲਸਿਲਾ ਹੈਗਾ ਜਿਹੜਾ ਇਹ ਕੱਲ ਤੋਂ ਹੀ ਚੱਲ ਰਿਹਾ, ਪਾਰਟੀ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਔਰ ਦੂਸਰੇ ਪਾਸੋਂ ਰਾਜਪਾਲ ਹੋਰਾਂ ਦੇ ਵੱਲੋਂ ਵੀ ਜਿਹੜੇ ਆ ਉਹ ਫੇਰੇ ਜਿਹੜੇ ਆ ਸਰਹੱਦੀ ਇਲਾਕਿਆਂ ਦੇ ਜਿਹੜੇ ਦੌਰੇ ਹੈਗੇ ਆ ਉਹ ਕੀਤੇ ਜਾ ਰਹੇ ਆ। ਤਾਂ ਬਿਲਕੁਲ ਕਿਤੇ ਨਾ ਕਿਤੇ ਰਾਜਪਾਲ ਹੋਰਾਂ ਦੇ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਆ ਉਸ ਨੂੰ ਲੈ ਕੇ ਜ਼ਰੂਰ ਜਿਹੜਾ ਹੈਗਾ ਸਰਕਾਰ ਦੀਆਂ ਚਿੰਤਾਵਾਂ ਵੀ ਵਧੀਆਂ ਹੈਗੀਆਂ, ਕਿਉਂਕਿ ਸਿੱਧੇ ਤੌਰ ਤੇ ਜਿਹੜਾ ਹੈਗਾ ਮੀਡੀਆ ਦੇ ਸਾਹਮਣੇ ਉਹਨਾਂ ਦੇ ਵੱਲੋਂ ਇਹ ਬਿਆਨ ਕਰ ਦੇਣਾ ਕਿ
ਮੈਂ ਪਿੰਡਾਂ ਦੇ ਵਿੱਚ ਗਿਆ ਵਾਂ, ਲੋਕਾਂ ਨੇ ਮੈਨੂੰ ਦੱਸਿਆ ਕਿ ਕਰਿਆਨੇ ਦੀ ਦੁਕਾਨ ਤੋਂ ਜਿਹੜਾ ਹੈਗਾ ਈਜ਼ੀ ਦੇ ਨਾਲ ਜਿਹੜਾ ਕੀ ਹੈ ਆਸਾਨੀ ਦੇ ਨਾਲ ਚਿੱਟਾ ਮਿਲ ਜਾਂਦਾ, ਔਰ ਉਹ ਵੀ ਇੱਕ ਸੰਵਿਧਾਨਿਕ ਅਹੁਦੇ ਦੇ ਉੱਤੇ, ਪੰਜਾਬ ਦਾ ਇੱਕ ਮੁੱਖ ਅਹੁਦੇ ਦੇ ਉੱਤੇ ਬੈਠੇ ਹੋਏ ਸ਼ਖਸ ਦੇ ਵੱਲੋਂ ਜਦੋਂ ਇਹ ਗੱਲ ਕਹੀ ਜਾਂਦੀ ਤਾਂ ਉਸਦੇ ਮਾਇਨੇ ਹੁੰਦੇ ਆ। ਇਹੀ ਕਾਰਨ ਹੈ ਕਿ ਪੰਜਾਬ ਨਹੀਂ ਬਲਕਿ ਜੋ ਨੈਸ਼ਨਲ ਮੀਡੀਆ ਹੈਗਾ ਉੱਥੋਂ ਤੱਕ ਵੀ ਇਸ ਚੀਜ਼ ਦੀ ਜਿਹੜੀ ਚਰਚਾ ਹੈ ਉਹ ਹੋਈ ਹੈ। ਪੰਜਾਬ ਦਾ ਇੱਕ ਵਾਰ ਫੇਰ ਡਰੱਗਸ ਨੂੰ ਲੈ ਕੇ ਜਿਹੜਾ ਨਾਮ ਹੈਗਾ ਉਹ ਪੂਰੀ ਹਿੰਦੁਸਤਾਨ, ਪੂਰੇ ਭਾਰਤ ਦੇ ਵਿੱਚ ਜਿਹੜਾ ਹੈਗਾ ਉਹ ਗੂੰਜਿਆ ਹੈਗਾ। ਤਾਂ ਬਿਲਕੁਲ ਉਹ ਚਿੰਤਾ ਹੈ, ਉਸ ਚਿੰਤਾ ਦੇ ਮੱਦੇਨਜ਼ਰ ਹੀ ਜਿਹੜਾ ਹੈਗਾ ਸਰਕਾਰ ਚਾਹੁੰਦੀ ਹੈ ਕਿ ਹੁਣ ਜਿਹੜਾ ਹੈਗਾ ਇਸ ਉੱਤੇ ਹੋਰ ਸਖਤੀ ਕੀਤੀ ਜਾਵੇ। ਬੀਤੇ ਸਮੇਂ ਦੇ ਵਿੱਚ ਹੋਰ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਨੂੰ ਛੱਡ ਕੇ ਫਾਜ਼ਿਲਕਾ ਜ਼ਿਲ੍ਹੇ ਦੀ ਮੈਂ ਗੱਲ ਕਰਾਂਗਾ। ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜ਼ਰੂਰ ਨਸ਼ਿਆਂ ਦੇ ਖਿਲਾਫ ਸਖਤੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਹੈ। ਵੱਡੀਆਂ ਜਿਹੜੀਆਂ ਕਾਰਵਾਈਆਂ ਹੋਈਆਂ ਔਰ ਪੰਜਾਬ ਦੇ ਵਿੱਚੋਂ ਸਭ ਤੋਂ ਜ਼ਿਆਦਾ ਡਰੱਗਸ ਜਿਹੜੀ ਹੈਗੀ ਉਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੀ ਬਰਾਮਦ ਹੋਈ ਹੈ, ਜਿਹੜੀ ਕਿ ਬਾਰਡਰ ਤੋਂ ਪਾਰ ਤੋਂ ਆ ਰਹੀ ਸੀ। ਔਰ ਇੱਥੇ ਤੁਹਾਨੂੰ ਦੱਸ ਦਈਏ ਕਿ ਇੱਥੇ ਚੈਲੰਜ ਜਿਹੜਾ ਹੈਗਾ ਉਹ ਡਬਲ ਹੈਗਾ। ਇੱਕ ਪਾਸੇ ਪਾਕਿਸਤਾਨ ਦਾ ਬਾਰਡਰ ਤਾਂ ਦੂਸਰੇ ਪਾਸੇ ਰਾਜਸਥਾਨ ਦਾ ਬਾਰਡਰ ਵੀ ਹੈਗਾ। ਰਾਜਸਥਾਨ ਦਾ ਬਾਰਡਰ ਕੱਲ ਜਿਹੜਾ ਕੀ ਹੈ ਮਾਨਯੋਗ ਬਨਵਾਰੀ ਲਾਲ ਪੁਰੋਹਿਤ ਜੀ ਨੇ, ਸਾਡੇ ਰਾਜਪਾਲ ਜੀ ਨੇ ਕੱਲ ਇਹ ਵੀ ਬਿਆਨ ਕੀਤਾ ਕਿ ਬਾਰਡਰ ਤੋਂ ਪਾਰ ਤੋਂ ਡਰੱਗਸ ਜਿਹੜੀ ਆ ਰਹੀ ਹੈ, ਇਸ ਤੋਂ ਇਲਾਵਾ ਹੋਰ ਵੀ ਥਾਵਾਂ ਤੋਂ ਆ ਰਹੀ ਹੈ। ਹਾਲਾਂਕਿ ਉਹਨਾਂ ਨੇ ਸਪਸ਼ਟ ਨਹੀਂ ਕੀਤਾ, ਕਿਸੇ ਰਾਜ ਦਾ ਨਾਮ ਨਹੀਂ ਲਿਆ, ਉਹਨਾਂ ਨੇ ਇਹ ਨਹੀਂ ਦੱਸਿਆ ਕਿੱਥੋਂ ਕਿੱਥੋਂ ਆ ਰਹੀ ਹੈ, ਲੇਕਿਨ ਉਹਨਾਂ ਨੇ ਇਸ਼ਾਰਾ ਜ਼ਰੂਰ ਕੀਤਾ ਕਿ ਹੋਰ ਵੀ ਜਗ੍ਹਾ ਤੋਂ ਆ ਰਹੀ ਹੈ। ਤਾਂ ਜ਼ਿਲ੍ਹਾ ਫਾਜ਼ਿਲਕਾ ਦੇ ਵਾਸਤੇ ਚੈਲੰਜ ਜਿਹੜਾ ਹੈਗਾ ਉਹ ਡਬਲ ਹੈ, ਕਿਉਂਕਿ ਇੱਕ ਪਾਸੇ ਪਾਕਿਸਤਾਨ ਹੈ ਤਾਂ ਦੂਜੇ ਪਾਸੇ ਰਾਜਸਥਾਨ ਦਾ ਬਾਰਡਰ ਵੀ ਲੱਗਦਾ, ਔਰ ਬਿਲਕੁਲ ਪੰਜਾਬ ਦੇ ਇੱਕ ਅਸੀਂ ਕਹਿ ਲਾਂਗੇ ਕਿ ਬਿਲਕੁਲ ਐਂਡ ਵਾਲੇ ਸ਼ੋਰ ਤੇ ਇਹ ਜ਼ਿਲ੍ਹਾ ਹੈਗਾ। ਤਾਂ ਉਸ ਦੇ ਮੱਦੇਨਜ਼ਰ ਵੀ ਜਿਹੜਾ ਅਹਿਮ ਹੋ ਜਾਂਦਾ। ਲੇਕਿਨ ਸ਼ਲਾਘਾ ਜਿਹੜੀ ਹੈ ਉਹ ਜ਼ਰੂਰ ਕਰਨੀ ਬਣਦੀ ਹੈ ਇੱਥੇ ਪ੍ਰਸ਼ਾਸਨ ਦੀ, ਪੁਲਿਸ ਦੀ, BSF ਦੀ, ਕਿਉਂਕਿ ਜਿਸ ਤਰ੍ਹਾਂ ਦੀਆਂ ਪਿਛਲੇ ਦਿਨਾਂ ਦੇ ਵਿੱਚ ਰਿਕਵਰੀਆਂ ਹੋਈਆਂ ਉਹ ਅਸੀਂ ਕਹਾਂਗੇ ਕਿ ਇੱਕ ਤਾਰੀਫ ਦੇ ਕਾਬਿਲ ਹੈਗੀਆਂ ਕਿ ਵੱਡੀਆਂ ਇੱਕ ਰਿਕਵਰੀਆਂ ਹੋਈਆਂ। ਤਕਰੀਬਨ 1 ਕੁਇੰਟਲ 99 ਕਿਲੋ ਦੇ ਕਰੀਬ ਜਿਹੜੀਆਂ ਬੀਤੇ 1-2 ਮਹੀਨਿਆਂ ਦੇ ਵਿੱਚ ਜਿਹੜੀਆਂ ਰਿਕਵਰੀਆਂ ਹੋਈਆਂ। ਤਾਂ ਫਿਲਹਾਲ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਜੋ ਮੀਟਿੰਗ ਹੈਗੀ ਹੈ, ਮੀਟਿੰਗ ਖਤਮ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਕਲੀਅਰ ਹੋਣੀਆਂ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਡਰੱਗਸ ਦੇ ਵਿਰੁੱਧ ਜਿਹੜਾ ਹੈਗਾ ਕਿਸ ਤਰ੍ਹਾਂ ਦਾ ਐਕਸ਼ਨ ਲੈਣ ਜਾ ਰਹੀ ਹੈ। ਜੀ ਬਿਲਕੁਲ, ਐਕਸ਼ਨ ਤਾਂ ਲੈਣਾ ਜ਼ਰੂਰੀ ਹੈ ਵੀ ਅਰਵਿੰਦਰ, ਲੇਕਿਨ ਜਿਸ ਤਰੀਕੇ ਦੇ ਨਾਲ ਬਾਰਡਰ ਏਰੀਆਜ਼ ਦੇ ਵਿੱਚ ਅਸੀਂ ਰੋਜ਼ਾਨਾ ਦੇਖਦੇ ਹਾਂ ਕਿ ਪ੍ਰੈਸ ਨੋਟ ਦਿੱਤੇ ਜਾਂਦੇ, ਹੁਣ ਡਰੋਨ ਰਾਹੀਂ ਜਿਹੜਾ ਨਸ਼ਾ ਕੰਟਰੋਲ ਕਰ ਰਹੇ ਉਸ ਨੂੰ ਲੈ ਕੇ ਨਵੀਂ ਟੈਕਨੀਕ ਦੀ ਵੀ ਗੱਲ ਕੀਤੀ ਜਾਂਦੀ ਹੈ। ਜੀ ਬਿਲਕੁਲ, ਐਂਟੀ ਡਰੋਨ ਟੈਕਨੋਲੋਜੀ ਦੀ ਗੱਲ ਕੀਤੀ ਗਈ ਸੀ। ਐਂਟੀ ਡਰੋਨ ਟੈਕਨੋਲੋਜੀ ਦੇ ਉੱਤੇ ਪੱਤਰਕਾਰਾਂ ਦੇ ਵੱਲੋਂ ਕੱਲ ਰਾਜਪਾਲ ਹੋਰਾਂ ਨੂੰ ਜਿਹੜਾ ਕੀ ਸਵਾਲ ਕੀਤਾ ਗਿਆ ਸੀਗਾ ਕਿ ਐਂਟੀ ਡਰੋਨ ਟੈਕਨੋਲੋਜੀ, ਤਾਂ ਉਹਦੇ ਉੱਤੇ ਜਿਹੜਾ ਕੀ ਹੈ ਰਾਜਪਾਲ ਹੋਰਾਂ ਦਾ ਇਹ ਕਹਿਣਾ ਸੀ ਕਿ ਉਹ ਖੁਦ ਪਰਸਨਲ ਲੈਵਲ ਤੇ ਜਿਹੜਾ ਹੈਗਾ ਇਸ ਮੁੱਦੇ ਦੇ ਨਾਲ ਜੁੜੇ ਹੋਏ ਨੇ, ਔਰ DRDO ਦੇ ਵੱਲੋਂ DRDO ਦੇ ਉਹ ਸੰਪਰਕ ਦੇ ਵਿੱਚ ਹੈਗੇ ਨੇ। ਐਂਟੀ ਡਰੋਨ ਟੈਕਨੋਲੋਜੀ ਜਿਹੜੀ ਆ ਉਹ ਲਾਸਟ ਫੇਜ਼ ਦੇ ਵਿੱਚ ਹੈਗੀ ਆ, ਔਰ ਜਲਦ ਹੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਸਰਹੱਦਾਂ ਤੇ ਲਾਗੂ ਕਰ ਦਿੱਤਾ ਜਾਏਗਾ। ਲੇਕਿਨ ਇਸ ਦੇ ਇਲਾਵਾ ਵੀ ਉਹਨਾਂ ਨੇ ਕਿਹਾ ਕਿ ਐਂਟੀ ਡਰੋਨ ਟੈਕਨੋਲੋਜੀ ਤੋਂ ਬਿਨਾਂ ਵੀ ਸਾਡੇ ਜੋ ਸੁਰੱਖਿਆ ਬਲ ਹੈਗੇ ਆ, ਸਾਡੇ BSF ਹੈ, ਉਹ ਮੁਸਤੈਦ ਹੈ। ਉਸਦੇ ਮੁਸਤੈਦੀ ਦੇ ਨਤੀਜਾ ਹੈਗਾ ਕਿ ਡਰੋਨ ਜਿਹੜੇ ਹੈਗੇ ਆ ਵੱਡੀ ਮਾਤਰਾ ਦੇ ਵਿੱਚ ਜਿਹੜੀ ਕਿ ਉਹ ਫਾਇਰਿੰਗ ਕੀਤੀ ਗਈ, ਵਾਪਸ ਭੇਜ ਦਿੱਤੀ ਗਈ ਜਾਂ ਉਹਨਾਂ ਨੂੰ ਡੇਗ ਲਿੱਤਾ ਗਿਆ। ਤਾਂ ਇੱਕ ਵੱਡੀ ਜਿਹੜੀ ਕਾਮਯਾਬੀ ਆ ਉਹ ਕੱਲ ਰਾਜਪਾਲ ਹੋਰਾਂ ਨੇ ਦੱਸੀ ਕਿ BSF ਨੂੰ ਮਿਲੀ ਹੈ। ਲੇਕਿਨ ਜਿਸ ਤਰ੍ਹਾਂ ਦੇ ਨਾਲ ਐਂਟੀ ਡਰੋਨ ਟੈਕਨੋਲੋਜੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਹੈ ਉਹ ਜਲਦ ਜਿਹੜੀ ਹੈ ਭਾਰਤ ਦੇ ਬਾਰਡਰ ਦੇ ਉੱਤੇ ਜਿਹੜਾ ਕੀ ਹੈ ਬਾਰਡਰਾਂ ਦੇ ਉੱਤੇ ਦਿਖਾਈ ਦਿੱਤੀ ਦੇਵੇਗੀ। ਇਸ ਦਾ ਜਿਹੜਾ ਜ਼ਿਕਰ ਹੈ ਕੱਲ ਰਾਜਪਾਲ ਹੋਰਾਂ ਦੇ ਵੱਲੋਂ ਕੀਤਾ ਗਿਆ, ਔਰ ਇਹ ਵੀ ਉਹਨਾਂ ਨੇ ਦੱਸਿਆ ਕਿ ਉਹ DRDO ਦੇ ਸੰਪਰਕ ਦੇ ਵਿੱਚ ਹੈਗੇ ਨੇ, ਔਰ ਜਲਦ ਹੀ ਜਿਹੜਾ ਹੈਗਾ ਇਹ ਲਾਸਟ ਫੇਜ਼ ਦੇ ਵਿੱਚ ਜਿਹੜਾ ਇਸ ਦਾ ਜਿਹੜਾ ਕੀ ਹੈ ਜੋ ਇਸ ਨੂੰ ਚੈੱਕ ਕੀਤਾ ਜਾ ਰਿਹਾ, ਔਰ ਇਹ ਪੂਰਾ ਜਿਹੜਾ ਸਿਸਟਮ ਹੈਗਾ ਉਹ ਲਾਸਟ ਫੇਜ਼ ਦੇ ਵਿੱਚ ਹੈਗਾ। ਤੇ ਜਲਦ ਹੀ ਸਰਹੱਦ ਤੇ ਸਾਨੂੰ ਜਿਹੜੀ ਹੈਗੀ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਉਹ ਦਿਖਾਈ ਦੇ ਸਕਦੀ ਹੈ। ਇਸ ਦਾ ਇਸ਼ਾਰਾ ਵੀ ਕੱਲ ਜਿਹੜਾ ਹੈਗਾ ਰਾਜਪਾਲ ਹੋਰਾਂ ਦੇ ਵੱਲੋਂ ਕੀਤਾ ਗਿਆ। ਤਾਂ ਜੇਕਰ ਬਾਰਡਰ ਦੇ ਉੱਤੇ ਐਂਟੀ ਡਰੋਨ ਟੈਕਨੋਲੋਜੀ ਜਿਹੜੀ ਹੈ ਉਹ ਸਥਾਪਿਤ ਹੋ ਜਾਂਦੀ ਹੈ, ਉਹ ਲਾਗੂ ਹੋ ਜਾਂਦੀ ਹੈ, ਤਾਂ ਫਿਰ ਉਸ ਦੇ ਨਾਲ ਬਹੁਤ ਜਿਹੜਾ ਹੈਗਾ ਫਰਕ ਪਏਗਾ ਡਰੱਗਸ ਦੇ ਮਾਮਲਿਆਂ ਦੇ ਵਿੱਚ, ਖਾਸ ਕਰਕੇ ਫਰਕ ਪਏਗਾ ਕਿਉਂਕਿ ਡਰੱਗਸ ਜਿਹੜੀ ਹੈ ਜ਼ਿਆਦਾਤਰ ਡਰੋਨਸ ਦੇ ਜ਼ਰੀਏ ਹੀ ਜਿਹੜੀ ਹੈ ਉਹ ਸਰਹੱਦ ਤੋਂ ਪਾਰ ਆਉਂਦੀ ਹੈ। ਬਹੁਤ ਘੱਟ ਰੀਅਰ ਦੇ ਚਾਂਸ ਹੁੰਦੇ ਕਿ ਪਾਈਪ ਜਾਂ ਹੋਰ ਕਿਸੇ ਤਰੀਕੇ ਦਾ ਇਸਤੇਮਾਲ ਕੀਤਾ ਜਾਵੇ। ਜ਼ਿਆਦਾਤਰ ਜਿਹੜਾ ਡਰੱਗਸ ਹੈਗੀ ਹੈ ਉਹ ਡਰੋਨ ਦੇ ਜ਼ਰੀਏ ਹੀ ਆਉਂਦੀ ਹੈ। ਜੀ ਬਿਲਕੁਲ, ਸਮੇਂ ਦੇ ਨਾਲ ਟੈਕਨੋਲੋਜੀ ਦੇ ਨਾਲ ਜਿਹੜੇ ਪੈਡਲਰਸ ਨੇ ਉਹ ਵੀ ਤੇਜ਼ ਹੋ ਗਏ ਨੇ, ਕਹਿ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਅਰਵਿੰਦਰਪਾਲ ਸਾਡੇ ਨਾਲ ਜੁੜਨ ਦੇ ਲਈ, ਇਹ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਡਰੱਗਸ ਨੂੰ ਲੈ ਕੇ ਅਹਿਮ ਮੀਟਿੰਗ ਜਿਹੜੀ ਹੈ CM ਵੱਲੋਂ ਕੀਤੀ ਜਾ ਰਹੀ ਹੈ, ਜਿਸ ਵਿੱਚ SSP ਤੇ DCs ਨੂੰ ਤਲਬ ਕੀਤਾ ਗਿਆ ਸੀ। ਲੇਕਿਨ ਇਸ ਤੋਂ ਇਲਾਵਾ ਇੱਕ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ, ਮਹਾਰਾਣੀ ਪ੍ਰਨੀਤ ਕੌਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕਾਂਗਰਸ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਸਾਂਸਦ ਪ੍ਰਨੀਤ
ਪ੍ਰਨੀਤ ਕੌਰ ਨੂੰ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਹੈ। ਪ੍ਰਨੀਤ ਕੌਰ ਨੂੰ ਕਾਂਗਰਸ ਕਮੇਟੀ ਨੇ 3 ਦਿਨ ਦਾ ਸਮਾਂ ਦਿੱਤਾ ਹੈ ਤਾਂ ਕਿ ਉਹ ਆਪਣਾ ਪੱਖ ਰੱਖ ਸਕੇ। ਕਾਂਗਰਸ ਨੇ ਕਾਰਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸ਼ਿਕਾਇਤ ਤੇ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਪਟਿਆਲਾ ਤੋਂ ਮੌਜੂਦਾ ਸਾਂਸਦ ਹੈ। ਚਾਹੇ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਛੱਡ ਬੀਜੇਪੀ ਦਾ ਜਿਹੜਾ ਹੈ ਦਾਮਨ थाम लिता सी, लेकिन परनीत कौर ने इस ते कोई भी जड़ा है बयानबाजी या कॉमेंट नहीं किया सी। हुण पीपीसीसी दे प्रभारी ते प्रधान राजा वड़िंग ने कांग्रेस नूं परनीत कौर दी पार्टी विरोधी गतिविधियां दी शिकायत भेजी सी, जिस ते कार्रवाई करदे हुए परनीत कौर नूं पार्टी ने सस्पेंड कर दिता गया ते 3 दिन दा समा जवाब दाखिल करन दे लई दिता गया है। उन्हां ते आरोप लगे ने कि बीजेपी का साथ दे रहे ने। राजा वड़िंग ने सांसद परनीत कौर ते एंटी पार्टी गतिविधियां ते भाजपा की मदद करन दे आरोप लगाए। कुछ सीनियर कांग्रेसी नेतावां ने भी अपनी यही व्यू जिहड़े है कांग्रेस हाई कमान के सामने रखे सी, जिस तो बाद शिकायत जिहड़ी है उन्हां दी जिहड़ी अनुशासनिक कमेटी उसनूं भेज दित्ती गई सी। जांच तो बाद कमेटी ने परनीत कौर नूं सस्पेंड करन दे आर्डर जारी कीते ने। दस दईए कि वीरवार नूं कैप्टन अमरिंदर सिंह हरियाणा सीएम तो मिलन पहुंचे सीगे। इस दौरान पत्रकारां तो गलबात करदे हुए कैप्टन तो उन्हां दी पत्नी परनीत कौर बारे पूछा गया सी, जिस ते कैप्टन ने ਕਿਹਾ ਸੀ ਕਿ ਉਹ ਬੀਜੇਪੀ ਦੇ ਵਿੱਚ ਹੈ ਤੇ ਉਹਨਾਂ ਦੀ ਪਤਨੀ ਕਾਂਗਰਸ ਵਿੱਚ ਹੈ, ਇਸ ਤੋਂ ਕੀ ਫਰਕ ਪੈਂਦਾ ਹੈ। ਹਾਲਾਂਕਿ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਾਰਾਸ਼ਟਰ ਦੇ ਗਵਰਨਰ ਬਣਨ ਦੀ ਜਿਹੜੀ ਅਟਕਲਾਂ ਚੱਲ ਰਹੀਆਂ ਸੀਗੀ, ਜਿਸ ਤੇ ਵੀਰਵਾਰ ਨੂੰ ਅਮਰਿੰਦਰ ਸਿੰਘ ਨੇ ਕਿਹਾ ਕਿ ਪੂਰੀ ਤਰੀਕੇ ਦੇ ਨਾਲ ਕਾਲਪਨਿਕ ਗੱਲਾਂ ਨੇ, ਮੈਨੂੰ ਅਜਿਹਾ ਕੋਈ ਵੀ ਸੰਪਰਕ ਜਿਹੜਾ ਹੈ ਆਲਾ ਕਮਾਨ ਵੱਲੋਂ ਨਹੀਂ ਦਿੱਤਾ ਗਿਆ ਹੈ ਤੇ ਇਸ ਬਾਰੇ ਮੈਂ ਕੁਝ ਵੀ ਨਹੀਂ ਜਾਣਦਾ। ਮੈਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਚੁੱਕਿਆ ਹੈ ਕਿ ਜਿੱਥੇ ਉਹ ਚਾਹੁੰਦੇ ਮੈਂ ਉੱਥੇ ਰਵਾਂਗਾ। ਹੁਣ ਪ੍ਰਨੀਤ ਕੌਰ ਦੀ ਗੱਲ ਕਰੀਏ ਤੇ 4 ਬਾਰ ਜਿਹੜੀ ਉਹ ਸਾਂਸਦ ਰਹਿ ਚੁੱਕੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦੇ ਰਾਜਨੀਤਿਕ ਸਫ਼ਰ ਜਿਹੜਾ ਹੈ ਤੇ ਉਹ 4 ਬਾਰ ਸਾਂਸਦ ਰਹਿ ਚੁੱਕੀ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਮੇਂ ਉਹ ਮਿਨਿਸਟਰ ਆਫ ਸਟੇਟ ਐਕਸਟਰਨਲ ਅਫੇਅਰ ਵੀ ਰਹੀ ਹੈ। 1999 ਦੇ ਵਿੱਚ ਉਹਨਾਂ ਨੇ ਆਪਣਾ ਪਹਿਲਾ ਚੋਣ ਜਿਹੜਾ ਪਟਿਆਲਾ ਤੋਂ ਲੜਿਆ ਸੀ ਅਤੇ ਜੀਤ ਦਰਜ ਕੀਤੀ ਸੀ। ਲਗਾਤਾਰ 3 ਵਾਰ ਉਹ ਸਾਂਸਦ ਚੁਣੀ ਗਈ ਤੇ 2014 ਦੇ ਵਿੱਚ ਉਹ ਆਪ ਨੇਤਾ ਧਰਮਵੀਰ ਗਾਂਧੀ ਤੋਂ ਹਾਰ ਗਈ ਸੀ, ਲੇਕਿਨ 2019 ਦੇ ਵਿੱਚ ਉਹਨਾਂ ਨੂੰ ਇੱਕ ਵਾਰ ਫਿਰ ਜਿਹੜੀ ਹੈ ਉਹ ਜਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ सांसद बनाया गया ते संसद विच पहुंची महाराणी परनीत कौर, लेकिन उन्होंने कांग्रेस ने सस्पेंड कर दिता है। हुण इसके कई मायने भी कड्डे जा रहे हैं, क्योंकि एक पासे पंजाब दे विच जेकर बीजेपी की गल की जाए, खासकर पटियाला दे विच ते उत्थे नाराज चल रहे ने बीजेपी वर्कर। उन्हां दा कहना है कि वो सालां तो बीजेपी दे नाल जुड़े ने, लेकिन उत्थे जिहड़ा है कैप्टन अमरिंदर सिंह नूं जिहड़ा है महत्वता दित्ती जा रही है। जिहड़े आरोप है वो बीजेपी पटियाला दे जिहड़े वर्कर्स ने पार्टी दे उन्हां वल्लों लगाए गए ने ते उस तो बाद हुण जिस तरीके दे नाल इह फैसला लिता गया, क्योंकि ये भी जिहड़ी खबरां सामने आ रही सी जिस विच कहा गया सी कि जिहड़ी महाराणी परनीत कौर है वो बीजेपी ज्वाइन कर सकती है। अटकलां तो काफ़ी समय तो चल रही सी, लेकिन अज जिहड़ा है लैटर दिता गया। भारत जोड़ो यात्रा दे विच भी असीं देखिया कि महाराणी परनीत कौर उत्थे नहीं पहुंची सी ते इन्हीं सारी चीज़ों को वेखते हुए फैसला लिता गया है। पंजाब प्रदेश कांग्रेस कमेटी के प्रधान अमरिंदर सिंह राजा वड़िंग ने जिहड़ी शिकायत पार्टी हाईकमान नूं भेजी सीगी ते जिहड़ी भी उन्हां दी अनुशासनिक कमेटी है उन्होंने सारी चीज़ां देखियां, सारी चीज़ां नूं देख के जिहड़ा है सस्पेंड करन दा एक फैसला जिहड़ा है वो सुना दिता है ते अज एक लैटर भी ऑल इंडिया कांग्रेस कमेटी वालों जारी किया गया, जिस विच ਇਹ ਦੱਸਿਆ ਗਿਆ कि एंटी पार्टी ਜਿਹੜੀ गतिविधियां है उसनूं लैके महाराणी परनीत कौर नूं सस्पेंड किया गया है। हुण ये भी सामने आ रहा है कि अपना जवाब की कुछ परनीत कौर देंदी है, जेकर वो अपना जवाब देंदी है तो उस विच की कुछ जिहड़ी अपनी उन्हां वल्लों स्पष्टीकरण दिता जाएगा। तो दूजे पासे जेकर गल की जाए कि जिहड़ी जेकर वो नहीं जवाब देंदी है तो की वो बीजेपी ज्वाइन करदी है, क्योंकि अगले साल की गल करिए 2024 की, तो 2024 दे विच जिहड़ा है इलैक्शनस आने वाले ने, लोक सभा इलैक्शनस अजिहे दे विच ये बेहद ज़्यादा जरूरी है। इलैक्शनस नूं लैके भी जिहड़ा है ये फैसला महाराणी परनीत कौर दा हो सकता है, क्योंकि टेन्योर दी गल हुंदा है, अपना टेन्योर जिहड़ा है वो खत्म करना हुंदा है, तो हो सकता है कि अपना टेन्योर खत्म होंदे देख जिहड़ा ये जिहड़ा फैसला उन्हां वल्लों लिता गया है।
ਕਈ ਦਿਨ ਪਹਿਲਾਂ ਜਿਹੜਾ ਇਹ ਖਬਰਾਂ ਵੀ ਆਈਆਂ ਸੀਗੀਆਂ ਕਿ ਉਹ ਜਿਹੜੀ ਹੈ ਲਗਾਤਾਰ ਬੀਜੇਪੀ ਵਰਕਰਸ ਦੇ ਨਾਲ ਮਿਲ ਰਹੀ ਹੈ ਤੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਹੀ ਇਹ ਲੱਗ ਰਿਹਾ ਸੀਗਾ ਕਿ ਉਹ ਕਿਤੇ ਨਾ ਕਿਤੇ ਹੁਣ ਕਾਂਗਰਸ ਛੱਡ ਸਕਦੀ ਹੈ। ਲੇਕਿਨ ਸਵਾਲ ਇਹ ਸੀਗਾ ਕਿ ਉਹਨਾਂ ਦੇ ਕੋਲ ਜਿਹੜਾ ਇੱਕ ਅਹੁਦਾ ਸੀਗਾ ਸੰਸਦ ਦਾ ਅਹੁਦਾ, ਤਾਂ ਅਜਿਹੇ ਦੇ ਵਿੱਚ ਪਾਰਟੀ ਦੇ ਵਿੱਚ ਰਹਿਣਾ ਉਹਨਾਂ ਦੇ ਲਈ ਕਿੰਨਾ ਕੀ ਜ਼ਿਆਦਾ ਜ਼ਰੂਰੀ ਹੈ ਜਾਂ ਮਜਬੂਰੀ ਦੇ ਤਹਿਤ ਰਹਿ ਰਹੀ ਹੈ, ਇਹ ਜਿਹੜਾ ਹੈ ਉਹਨਾਂ ਨੇ ਕਦੇ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ, खुल के नहीं बोले। लेकिन शिकायत जरूर की गई अमरिंदर सिंह राजा वड़िंग वालों कि आखिर जड़ा उत्थे महाराणी परनीत कौर जी अपने पति का साथ दे रही है ते भाजपा दे नाल मिलके कांग्रेस के खिलाफ जिहड़ी है एंटी पार्टी जिहड़ी है चीज़ां दे विच इन्वॉल्व ने, जिहड़े कि ठीक करन दे लई चाहते ने कि इन्हां उत्ते एक्शन किया जाए। तो उस तो बाद जिहड़ी अनुशासनिक कमेटी है उन्हां वालों रिपोर्ट भी दी गई तो रिपोर्ट आने तो बाद ही जिहड़ा है ਇਹ फैसला लिता गया, 3 दिन का समा दिता गया। हुण देखना यह है कि वो अपना की कुछ फैसला देती है। लेकिन दूजे पासे पटियाला बीजेपी की गल की जाए तो ऑल इज नॉट वेल देयर। क्यों? क्योंकि कैप्टन अमरिंदर सिंह जब तो उन्होंने बीजेपी का हथ थामिया है तो लगातार वो बीजेपी की कई मीटिंग्स दे विच भी शामिल होए। लेकिन दूजे पासे जब असी गल करते हैं तो कैप्टन अमरिंदर सिंह क्योंकि पहला कांग्रेस विच सीगे ते इस करके जिहड़े उत्थे दे बीजेपी दे वर्कर ने उन्होंने ये लगता है कि उन्होंने इग्नोर किया जा रहा है, उन्होंने जिहड़ा नैगलैक्ट किया जा रहा है। तो अजिहे दे विच किते ना किते एक सेव बीजेपी पटियाला नां दी मुहिम चलाई गई है। इस मुहिम के तहत वो चाहते हैं कि जिन्हां ने शुरू तो पार्टी के लिए काम किया है, जिन्हां ने जमीनी पद्धर ते पार्टी के लिए काम किया है, आखिर उन्होंने मौका दिता जाए, ना कि अजिहे लोगों नूं जिहड़े कि हुण बीजेपी दे विच आए ने ते पार्टी की जिहड़ी विचारधारा है पता नहीं उस ते विश्वास करते या नहीं करते, ये भी जिहड़ा है कहा गया है जिहड़े वो वर्कर्स ने। हुण इन्हां चीज़ां दे विच जिहड़ा फैसला आंदा है ये भी बेहद अहम हो जाता है क्योंकि महाराणी परनीत कौर जेकर कांग्रेस नूं अपना जवाब नहीं दिंदी तो हो सकता है वो भाजपा ज्वाइन कर ले या हो सकता है अपने राजनीतिक सफर नूं देखते हुए वो किसी पोलीटिकल पार्टी दे विच रहन नहीं रहन, ये परसनल उन्हां दा जिहड़ा फिलहाल डिसीजन रहेगा क्योंकि उन्हां वल्लों कोई भी प्रतिक्रिया जिहड़ी हाले तक नहीं आई है। हाले सिर्फ एक लैटर इशू होया है। इस लैटर दे विच तुसीं देख सकते हो कि ऑल इंडिया कांग्रेस कमेटी वालों महाराणी परनीत कौर नूं सस्पेंड किया गया है, जिस विच कहा गया है कि वो जिहड़ा है पटियाला तो उन्हां नूं MP बनाया गया सीगा, लेकिन एंटी पार्टी एक्टिविटीज़ दे विच वो शामिल ने, वो बीजेपी की मदद कर रही हैं ते कई सीनियर कांग्रेसी आगू ने उन्होंने भी यही इस चीज़ में हामी भरी है कि वो कांग्रेस के लिए काम नहीं कर रही है बल्कि बीजेपी के लिए काम करती भी नज़र आ रही है। हुण इन्हां सारी चीज़ों को लैके जिहड़ा है जिहड़ी कमेटी है उन्होंने एक लैटर जारी किया जिस विच उन्होंने कहा कि महाराणी परनीत कौर जिहड़ी है 3 दिनों के विच जवाब देवेंगी तो इस इन्हां 3 दिनों के विच जेकर वो जवाब देंदी है तो उस तो बाद ही आगे का कोई फैसला होएगा। लेकिन फिलहाल उन्होंने कांग्रेस वालों सस्पेंड कर दिता गया। एंटी पार्टी जिहड़ी एक्टिविटीज़ के आरोप लगाए ने, शिकायत दी गई थी। तो इसी खबर नूं लैके साडे नाल लखवीर सिंह जुड़े ने। लखवीर जी की कहना चाहोगे, सस्पेंशन जिहड़ा है वो लैटर जारी किया गया है? देखो बहुत वधिया कीता कांग्रेस पार्टी ने, बहुत पहला कर देना चाहिए सी। जदों कैप्टन अमरिंदर सिंह जी पार्टी नूं छड्ड के बीजेपी ज्वाइन कर गए सी ते पार्टी कांग्रेस ने उन्हां नूं बहुत कुछ दिता, चाहे मुख्यमंत्री रहे 2 बार, चाहे वो अपने प्रदेश कांग्रेस के प्रधान रहे, महाराणी परनीत कौर सेंटर च वजीर रहे, 3 बार MP बने कांग्रेस पार्टी की टिकट ते। पर उन्हां नूं ये पार्टी दियां गतिविधियां च हिस्सा ना बनना या एंटी बनना कांग्रेस पार्टी दे। सो मैं स्वागत करदा कांग्रेस हाई कमांड दा जिन्हां ने अज सस्पेंड कीता ते हुण इन्हां नूं पता लगूगा जदों कांग्रेस पार्टी दे विरुद्ध चोण लड़नगे ते पटियाला लोक सभा हलके दे लोक किहनूं मान ते सन्मान देणगे। लखवीर जी अगले साल जिहड़ी 2024 दी चोणां ने अजिहे दे विच क्योंकि जिस तरीके दे नाल हुण पहला भी अटकलां चल रही सी कि हो सकता है बीजेपी ज्वाइन करे, लेकिन जब तक उन्हां दे कोल सांसद दा अहुदा है, कांग्रेस पार्टी दे सांसद दा अहुदा है, की लगदा है कि वो इस अहुदे नूं छड्डणगे तद तक? बिल्कुल उन्हां नूं छड्ड देना चाहिदा। जे नैतिकता दे आधार ते देखिया जावे तां महाराणी साहिबा नूं अपना MP तो रिजाइन दे के नਵੇਂ ਸਿਰਿਓਂ ਚਾਹੇ ਆਜ਼ਾਦ ਚਾਹੇ बीजेपी ਵੱਲੋਂ ਕਿਸੇ ਵੀ ਵੱਲੋਂ ਚੋਣ ਲੜਨੀ ਚਾਹੀਦੀ ਆ। ਕਾਂਗਰਸ ਪਾਰਟੀ ਦੇ ਜਿੱਤੇ ਨਿਸ਼ਾਨ ਨੂੰ ਵਾਪਸ ਕਰਨਾ ਚਾਹੀਦਾ।
ਇੱਕ ਦੂਜੇ ਪਾਸੇ ਪਟਿਆਲਾ ਦੀ ਗੱਲ ਕਰੀਏ ਤੇ ਉੱਥੇ ਬੀਜੇਪੀ ਵੱਲੋਂ ਵੀ #SaveBJP ਪਟਿਆਲਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਹੋ ਰਿਹਾ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦੇ ਪੁਰਾਣੇ ਵਰਕਰਸ ਨੂੰ ਜਿਹੜਾ ਇਗਨੋਰ ਕੀਤਾ ਜਾ ਰਿਹਾ ਹੈ। ਦੇਖੋ ਇਹ ਬੀਜੇਪੀ ਨੇ ਦੇਖਣਾ, ਜਿਹੜੇ ਪਾਰਟੀ ਕਾਂਗਰਸ ਦੇ ਵਫਾਦਾਰ ਨਹੀਂ ਹੋ ਸਕੇ, ਜਿਨ੍ਹਾਂ ਨੇ 2 ਵਾਰ ਮੁੱਖ ਮੰਤਰੀ ਬਣਾਏ, ਪ੍ਰਦੇਸ਼ ਕਾਂਗਰਸ ਦੇ ਲੰਮੇ ਸਮੇਂ ਪ੍ਰਧਾਨ ਬਣਾਏ, ਕਿ ਇਹੋ ਜਿਹੇ ਲੋਕ ਜਾਂ ਹੋਰ ਬੀਜੇਪੀ ਥੋਕ ਚ ਲੈ ਕੇ ਜਾ ਰਹੀ ਹੈ ਜਿਨ੍ਹਾਂ ਦਾ ਕੋਈ ਕਿਰਦਾਰ ਨਹੀਂ ਰਿਹਾ, ਤਾਂ ਜਿਹੜੇ ਬੀਜੇਪੀ ਦੇ ਅਸਲ ਵਰਕਰ ਨੇ, ਜਿਨ੍ਹਾਂ ਨੇ ਬੀਜੇਪੀ ਨੂੰ ਮਜ਼ਬੂਤੀ ਵੱਲ ਲੈ ਕੇ ਜਾਣ ਦੇ ਯਤਨ ਕੀਤੇ ਨੇ, ਉਹ ਤਾਂ ਮੈਂ ਸਮਝਦਾ ਨਿਰਾਸ਼ ਹੋਣਗੇ, ਬਿਲਕੁਲ ਨਿਰਾਸ਼ ਹੋਣਗੇ। ਲਖਬੀਰ ਜੀ, ਲੱਗਦਾ ਹੈ ਕਿ ਜਿਹੜਾ ਰਾਜਪਾਲ ਬਣਾਉਣ ਦਾ ਇੱਕ ਜਿਹੜੀ ਹੈ ਚੱਲ ਰਹੀ ਸੀਗੀ ਚਰਚਾਵਾਂ ਕਿ ਰਾਜਪਾਲ ਬਣਾਇਆ ਜਾਵੇਗਾ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ, ਉਸ ਤੋਂ ਬਾਅਦ ਇਹ ਐਕਸ਼ਨ ਲਿੱਤਾ ਗਿਆ? ਨਹੀਂ, ਦੇਖੋ ਇਹ ਪਾਰਟੀ ਨੇ ਬੜੇ ਸੋਚ ਸਮਝ ਕੇ ਫੈਸਲਾ ਲਿਆ, ਜਿੱਥੇ ਪਾਰਟੀ ਨੂੰ ਇਨਪੁਟ ਪੂਰੇ ਮਿਲ ਗਏ ਵੀ ਹੁਣ ਜੀ ਭਈਆ ਤੋਂ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ। ਠੀਕ ਹੈ, ਬਹੁਤ ਬਹੁਤ ਧੰਨਵਾਦ ਲਖਬੀਰ ਜੀ ਸਾਡੇ ਨਾਲ ਜੁੜਨ ਦੇ ਲਈ, ਤੇ ਬੇहद ਅਹਿਮ ਫੈਸਲਾ ਤੇ ਬੇहद ਹੀ ਅੱਛਾ ਫੈਸਲਾ ਲਿੱਤਾ ਗਿਆ, ਇਹ ਕਹਿਣਾ ਸੀਗਾ ਲਖਬੀਰ ਸਿੰਘ ਜਿਹੜੇ ਕਿ ਸਾਬਕਾ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਵੱਲੋਂ ਇਹ ਹੈ ਜਿਹੜਾ ਹੈ ਸਵਾਗਤ ਕੀਤਾ ਗਿਆ ਇਸ ਫੈਸਲੇ ਦਾ। ਕਿਹਾ ਗਿਆ ਕਿ ਸਸਪੈਂਸ਼ਨ ਜ਼ਰੂਰੀ ਸੀਗੀ, ਪਹਿਲਾਂ ਤੋਂ ਹੀ ਜਿਹੜੀ ਸਸਪੈਂਸ਼ਨ ਕਰ ਦੇਣੀ ਚਾਹੀਦੀ ਸੀਗੀ, ਲੇਕਿਨ ਉਹਨਾਂ ਖਿਲਾਫ ਜਿਹੜੀ ਸ਼ਿਕਾਇਤ ਹੈ ਉਹ ਲਗਾਤਾਰ ਆ ਰਹੀ ਸੀਗੀ ਤੇ ਇਸ ਕਰਕੇ ਜਿਹੜਾ ਉਹਨਾਂ ਨੂੰ ਹਟਾਇਆ ਗਿਆ ਹੈ। ਤੇ ਹੁਣ ਉਹਨਾਂ ਨੇ ਕਿਹਾ ਕਿ ਇਹ ਪਾਰਟੀ ਦੇ ਖਿਲਾਫ ਸ਼ੁਰੂ ਤੋਂ ਹੀ ਕੰਮ ਕਰ ਰਹੇ ਸੀ, ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਜਿਹੜਾ ਹੈ ਆਪਣਾ ਜਿਹੜਾ ਅਹੁਦਾ ਹੈ ਉਹ ਵੀ ਛੱਡ ਦੇਣਾ ਚਾਹੀਦਾ ਹੈ ਤੇ ਆਜ਼ਾਦ ਤੌਰ ਤੇ ਜਾਂ ਫਿਰ ਜਿਹੜੇ ਗੱਲ ਕਰੀਏ ਕਿ ਆਪਣੀ ਕਿਸੇ ਹੋਰ ਪਾਰਟੀ ਦੇ ਚੋਣ ਨਿਸ਼ਾਨ ਤੇ ਉਹਨਾਂ ਨੂੰ ਚੋਣਾਂ ਲੜਨੀ ਚਾਹੀਦੀ ਹੈ, ਇਹ ਕਹਿਣਾ ਸੀਗਾ ਲਖਬੀਰ ਲੱਖਾ ਦਾ। ਤੇ ਬੜੀ ਖਬਰ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਪਟਿਆਲਾ ਤੋਂ ਕਾਂਗਰਸ ਦੀ ਸਾਂਸਦ ਪ੍ਰਨੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਤੇ ਦੱਸਦੀ ਹੈ ਕਿ ਅੱਜ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਬੀਜੇਪੀ ਜਿਹੜੀ ਹੈ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰਨ ਲੱਗੇ ਨੇ, ਖਾਸ ਕਰ ਉਹ ਵਰਕਰ ਜਿਹੜੇ ਕਿ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜੇ ਸੀਗੇ। ਤੇ ਇਸ ਤੋਂ ਇਲਾਵਾ ਵਿੱਚ ਜਿਹੜੀ ਇਹ ਖਬਰਾਂ ਵੀ ਸਾਹਮਣੇ ਆਈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਜਿਹੜਾ ਹੈ ਉਹ ਗਵਰਨਰ ਬਣਾਇਆ ਜਾ ਸਕਦਾ। ਹਾਲਾਂਕਿ ਇਸ ਚੀਜ਼ ਦੀ ਨਿਖੇਧੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀਗਾ ਕਿ ਇਹ ਸਾਰੀ ਗੱਲਾਂ ਜਿਹੜੀ ਹੈ ਕਾਲਪਨਿਕ ਹੈ, ਅਜਿਹਾ ਕੁਝ ਵੀ ਨਹੀਂ ਹੈ। ਤੇ ਉਸ ਤੋਂ ਬਾਅਦ ਇਹ ਐਕਸ਼ਨ ਲੈਣਾ ਕਿਤੇ ਨਾ ਕਿਤੇ ਸਿਆਸੀ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਇਸ ਸਿਆਸਤ ਦੇ ਤੌਰ ਤੇ ਇਸ ਦਾ ਕਾਫੀ ਕੁਝ ਇੰਪੈਕਟ ਜਿਹੜਾ ਹੈ ਉਹ ਰਹਿਣ ਵਾਲਾ ਹੈ। ਤੇ ਅੱਜ ਅਸੀਂ 2 ਮੁੱਦਿਆਂ ਉੱਤੇ ਚਰਚਾ ਕੀਤੀ, ਜਿਸ ਵਿੱਚ ਡਰੱਗਸ ਨੂੰ ਲੈ ਕੇ ਜਿਹੜੀ ਮੀਟਿੰਗ ਮੁੱਖ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਨੂੰ ਜਿਹੜਾ ਹੈ ਸਸਪੈਂਡ ਕੀਤਾ ਗਿਆ ਤੇ ਇਸ ਦੇ ਨਾਲ ਹੀ ਜੁੜਿਆ ਸਵਾਲ ਜਿਹੜਾ #SaveBJP ਪਟਿਆਲਾ, ਤੇ ਇਹ ਤਿੰਨੋਂ ਮੁੱਦੇ ਉੱਤੇ ਅਸੀਂ ਚਰਚਾ ਕੀਤੀ ਹੈ ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਏ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।